ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਅੱਜ ਹਰ ਕੋਈ ਡਰਿਆ ਹੋਇਆ ਹੈ। ਦਿਨ ਪਰ ਦਿਨ ਮੌਤਾਂ ਦਾ ਦੌਰ ਜਾਰੀ ਹੈ, ਪਰ ਇੱਕ ਹੱਦ ਤੱਕ ਇਸ ਦਾ ਇਲਾਜ ਵੀ ਸੰਭਵ ਹੈ। ਪਰ ਦੁਨੀਆ ਵਿੱਚ ਅਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਸਿਰਫ ਮੌਤ ਹੀ ਹੈ। ਸੋ ਅਜਿਹੇ ਸਮੇਂ ਦੇ ਵਿੱਚ ਸਾਨੂੰ ਲੋੜ ਹੈ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣ ਦੀ, ਕਿਉਂਕਿ ਪਰਮਾਤਮਾ ਦਾ ਨਾਮ ਇਹਨਾਂ ਦੁੱਖਾਂ ਤਕਲੀਫਾਂ ਤੋਂ ਸਾਨੂੰ ਬਾਹਰ ਕੱਢਦਾ ਹੈ। ਅਜਿਹੇ ਸਮੇਂ ਦੇ ਚੱਲਦਿਆਂ ਕੈਨੇਡਾ ਦੇ ਰਹਿਣ ਵਾਲੇ ਗੁਰਪ੍ਰੀਤ ਕੌਰ ਨੇ ਆਪਣੇ ਪਰਿਵਾਰ ਦੀ ਇੱਕ ਅਜਿਹੀ ਘਟਨਾ ਸਾਡੇ ਨਾਲ ਸਾਂਝੀ ਕੀਤੀ ਜੋ ਇਸ ਭਿਆਨਕ ਬਿਮਾਰੀ ਦੇ ਨਾਲ ਲੜਨ ਦੀ ਸਾਨੂੰ ਹਿੰਮਤ ਦੇਵੇਗੀ। ਲੋੜ ਹੈ ਸਿਰਫ ਤੁਹਾਡੇ ਵਿਸ਼ਵਾਸ ਦੀ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਪਰਿਵਾਰ ਦਾ ਪਿਛੋਕੜ ਪਿੱਛੋਂ ਪਾਕਿਸਤਾਨ ਗੁਜਰਾਂਵਾਲਾ ਤੋਂ ਹੈ। ਵੰਡ ਸਮੇਂ ਮੇਰੇ ਪਿਤਾ ਮਾਨ ਸਿੰਘ ਦੀ ਉਮਰ ਕੋਈ 18 ਕੁ ਸਾਲ ਦੀ ਹੋਵੇਗੀ ਅਤੇ ਪਾਕਿਸਤਾਨ ਛੱਡ ਉਹ ਆਪਣੇ ਮਾਤਾ ਤੇ ਪਿਤਾ ਦੇ ਨਾਲ ਪੰਜਾਬ ਆ ਰਹੇ ਸੀ। ਕਿਸੇ ਬਿਮਾਰੀ ਦੀ ਚਪੇਟ ਦੇ ਵਿੱਚ ਆਉਣ ਦੇ ਕਾਰਨ ਮੇਰੀ ਦਾਦੀ ਦੀ ਮੌਤ ਪਾਕਿਸਤਾਨ ਦੇ ਵੱਲ ਹੋ ਗਈ। ਸਮਾਂ ਅਜਿਹਾ ਚੱਲ ਰਿਹਾ ਸੀ ਕਿ ਅੰਤਿਮ ਸੰਸਕਾਰ ਦਾ ਸਮਾਂ ਨਹੀਂ ਮਿਲਿਆ ਤੇ ਮੇਰੀ ਦਾਦੀ ਦੀ ਮੌਤ ਦਾ ਦੁੱਖ ਮੇਰੇ ਪਿਤਾ ਮਾਨ ਸਿੰਘ ਨੂੰ ਕਾਫੀ ਡੂੰਘਾ ਹੋਇਆ। ਅੰਤਿਮ ਸੰਸਕਾਰ ਕੀਤੇ ਬਿਨਾਂ ਹੀ ਉਹਨਾਂ ਦੀ ਬੋਡੀ ਨੂੰ ਉੱਧਰ ਹੀ ਛੱਡ ਦਿੱਤਾ ਤੇ ਮੇਰੇ ਪਿਤਾ ਤੇ ਦਾਦਾ ਲੁਧਿਆਣਾ ਆ ਗਏ। ਲੁਧਿਆਣਾ CMC ਹਸਪੀਟਲ ਦੇ ਕੋਲ ਇੱਕ ਮੁਹੱਲੇ ਦੇ ਵਿੱਚ ਉਹਨਾਂ ਨੇ ਆਪਣੀ ਰਿਹਾਇਸ਼ ਕੀਤੀ। ਪਰ ਆਪਣੀ ਮਾਂ ਦੀ ਮੌਤ ਦਾ ਗਮ ਮੇਰੇ ਪਿਤਾ ਭੁਲਾ ਨਾ ਸਕੇ ਤੇ ਅਕਸਰ ਰੋਂਦੇ ਰਹਿੰਦੇ ਸੀ। ਮੇਰੇ ਦਾਦਾ ਜੀ ਨੇ ਸੋਚਿਆ ਕਿ ਇਸ ਦਾ ਵਿਆਹ ਕਰ ਦਿੰਦਾ ਹਾਂ, ਸ਼ਾਇਦ ਠੀਕ ਹੋ ਜਾਵੇਗਾ। ਜਿਸ ਤੋਂ ਬਾਅਦ ਮੇਰੇ ਪਿਤਾ ਦਾ ਵਿਆਹ ਹੋਇਆ ਤੇ ਆਪਾਂ ਦੋ ਭੈਣਾਂ ਨੇ ਜਨਮ ਵੀ ਲਿਆ। ਪਰ ਸਮੇਂ ਦੇ ਨਾਲ ਨਾਲ ਮੇਰੇ ਪਿਤਾ ਨੂੰ ਇਹ ਦੁੱਖ ਖਾਂਦਾ ਜਾ ਰਿਹਾ ਸੀ ਕਿ ਮੇਰੀ ਮਾਂ ਨੇ ਮੇਰਾ ਇੰਨਾ ਪਿਆਰ ਕੀਤਾ, ਪਰ ਮੈਂ ਉਸ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਸਕਿਆ। ਲਵਾਰਸਾਂ ਦੇ ਵਾਂਗ ਉਸ ਨੂੰ ਉੱਥੇ ਹੀ ਛੱਡ ਦਿੱਤਾ। ਮੇਰੇ ਪਿਤਾ ਨੇ ਆਪਣੀ ਮਾਂ ਦੀਆਂ ਗੱਲਾਂ ਯਾਦ ਕਰਕੇ ਰੋਣਾ ਕਿ ਕਿਵੇਂ ਉਹ ਪਿਆਰ ਦੇ ਨਾਲ ਬਾਣੀ ਪੜ੍ਹ ਕੇ ਮੇਰੇ ਕੇਸਾਂ ਨੂੰ ਇਸ਼ਨਾਨ ਕਰਵਾਉਂਦੀ ਸੀ ਤੇ ਕਿਹਾ ਕਰਦੀ ਸੀ ਕਿ ਪੁੱਤ ਮਾਨ ਕਦੀ ਆਪਣੇ ਕੇਸ ਨਾ ਕਟਵਾਈ। ਇਹ ਕੇਸ ਗੁਰੂ ਗੋਬਿੰਦ ਸਿੰਘ ਦੀ ਮੋਹਰ ਹਨ। ਗੁਰੂ ਗੋਬਿੰਦ ਸਿੰਘ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣਗੇ, ਤੂੰ ਇਹਨਾਂ ਕੇਸਾਂ ਨੂੰ ਕਦੀ ਨਾ ਕਟਵਾਈ। ਤੇ ਹੁਣ ਇਹ ਕੇਸਾਂ ਦੇ ਵਿੱਚ ਹੀ ਮੈਂ ਆਪਣੀ ਮਾਂ ਨੂੰ ਦੇਖਦਾ ਹਾਂ। ਸੋ ਸਮਾਂ ਲੰਘਿਆ ਤੇ ਮੇਰਾ ਪਿਤਾ ਮਾਨ ਸਿੰਘ ਦੇ ਸਿਰ ਦੇ ਵਿੱਚ ਦਰਦ ਰਹਿਣ ਲੱਗਿਆ। ਮੇਰੇ ਦਾਦਾ ਜੀ ਨੂੰ ਲੱਗਿਆ ਕਿ ਸ਼ਾਇਦ ਮਾਂ ਦੇ ਗਮ ਦੇ ਵਿੱਚ ਸੋਚਣ ਕਾਰਨ ਅਜਿਹਾ ਹੋ ਰਿਹਾ ਹੋਵੇਗਾ। ਉਸ ਵੇਲੇ ਸਿਰਫ CMC ਹਸਪੀਟਲ ਸੀ ਜੋ ਕਿ ਅੰਗਰੇਜ਼ਾਂ ਦੇ ਵੱਲੋਂ ਬਣਵਾਇਆ ਗਿਆ ਸੀ। ਮੇਰੇ ਦਾਦਾ ਜੀ ਚੈੱਕਅਪ ਕਰਾਉਣ ਵਾਸਤੇ ਮੇਰੇ ਪਿਤਾ ਨੂੰ ਡਾਕਟਰ ਦੇ ਕੋਲ ਲੈ ਗਏ ਅਤੇ ਮੈਡੀਸਿਨ ਲੈ ਕੇ ਵਾਪਸ ਆ ਗਏ। ਪਰ ਦਵਾਈ ਖਾਣ ਦੇ ਬਾਵਜੂਦ ਵੀ ਉਹਨਾਂ ਦੇ ਸਿਰ ਦਾ ਦਰਦ ਖਤਮ ਨਹੀਂ ਹੋਇਆ ਅਤੇ ਕੁਝ ਦਿਨਾਂ ਬਾਅਦ ਦੁਬਾਰਾ ਡਾਕਟਰ ਦੇ ਕੋਲ ਗਏ। ਡਾਕਟਰ ਨੇ ਕਿਹਾ ਕਿ ਇਹਨਾਂ ਦੇ ਟੈਸਟ ਕਰਨੇ ਪੈਣਗੇ। ਜਦੋਂ ਸਾਰੇ ਟੈਸਟ ਕੀਤੇ ਗਏ ਤਾਂ ਇਹ ਗੱਲ ਨਿਕਲ ਕੇ ਆਈ ਕਿ ਮੇਰੇ ਪਿਤਾ ਦੇ ਸਿਰ ਦੇ ਵਿੱਚ ਟਿਊਮਰ ਹੈ ਜੋ ਕਿ ਕਾਫੀ ਵੱਡਾ ਹੋ ਚੁੱਕਿਆ ਸੀ। ਡਾਕਟਰ ਨੇ ਕਿਹਾ ਕਿ ਜੇਕਰ ਜਲਦੀ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਕੁਝ ਵੀ ਹੋ ਸਕਦਾ ਹੈ ਤੇ ਇਸ ਦਾ ਇਲਾਜ ਇੱਕੋ ਇੱਕ ਆਪਰੇਸ਼ਨ ਹੈ। ਮੇਰੇ ਦਾਦਾ ਜੀ ਨੇ ਕਿਹਾ ਕਿ ਜੇਕਰ ਆਪਰੇਸ਼ਨ ਨਾ ਕਰਵਾਇਆ ਜਾਵੇ ਤਾਂ ਕੀ ਹੋਵੇਗਾ। ਤਾਂ ਡਾਕਟਰ ਨੇ ਕਿਹਾ ਕਿ ਹੌਲੀ-ਹੌਲੀ ਸਰੀਰ ਦਾ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਸਕਦਾ ਹੈ ਤੇ ਸਭ ਤੋਂ ਵੱਡਾ ਖਤਰਾ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਜਾਣਦਾ ਹੈ। ਮੇਰੇ ਦਾਦਾ ਜੀ ਮੇਰੇ ਪਿਤਾ ਦੇ ਨਾਲ ਵਾਪਿਸ ਘਰ ਆ ਗਏ। ਹੁਣ ਆਪਰੇਸ਼ਨ ਜੋਗੇ ਪੈਸੇ ਵੀ ਨਹੀਂ ਸਨ ਤੇ ਕੁਝ ਦਿਨਾਂ ਬਾਅਦ ਮੇਰੇ ਪਿਤਾ ਕਹਿਣ ਲੱਗੇ ਕਿ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਗੁਆਂਢੀਆਂ ਦੀ ਮਦਦ ਦੇ ਨਾਲ ਫਿਰ ਹਸਪੀਟਲ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ ਕਿ ਉਹੀ ਗੱਲ ਹੋਈ ਜਿਸ ਦਾ ਖਤਰਾ ਸੀ। ਜੇਕਰ ਇਹਨਾਂ ਦਾ ਆਪਰੇਸ਼ਨ ਸਮੇਂ ਦੇ ਨਾਲ ਨਹੀਂ ਕੀਤਾ ਗਿਆ ਤਾਂ ਹੌਲੀ-ਹੌਲੀ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਸਕਦਾ ਹੈ। ਡਾਕਟਰ ਨੇ ਕਿਹਾ ਕਿ ਮੈਂ ਤੁਹਾਡੀ ਇੰਨੀ ਕੁ ਮਦਦ ਕਰ ਸਕਦਾ ਹਾਂ ਕਿ ਆਪਰੇਸ਼ਨ ਦੇ ਲਈ ਇਹਨਾਂ ਨੂੰ ਦਿੱਲੀ ਲਿਜਾਣਾ ਪਵੇਗਾ। ਉੱਥੇ ਮੇਰਾ ਇੱਕ ਦੋਸਤ ਡਾਕਟਰ ਵਾਕਫ ਹੈ ਜੋ ਕਿ ਤੁਹਾਡਾ ਆਪਰੇਸ਼ਨ ਫ੍ਰੀ ਦੇ ਵਿੱਚ ਕਰ ਦੇਵੇਗਾ। ਤੁਸੀਂ ਉਸ ਨੂੰ ਸਮੇਂ-ਸਮੇਂ ਤੇ ਥੋੜੇ-ਥੋੜੇ ਪੈਸੇ ਦਿੰਦੇ ਰਹਿਣਾ, ਪਰ ਸਮੇਂ ਰਹਿੰਦਿਆਂ ਉਹ ਤੁਹਾਡਾ ਇਲਾਜ ਕਰ ਦੇਵੇਗਾ। ਉਸ ਡਾਕਟਰ ਨੇ ਇੱਕ ਲੈਟਰ ਲਿਖ ਦਿੱਤਾ ਤੇ ਦਿੱਲੀ ਜਾਣ ਵਾਸਤੇ ਕਿਹਾ। ਰਿਸ਼ਤੇਦਾਰਾਂ ਗਵਾਂਢੀਆਂ ਦੇ ਜ਼ੋਰ ਪਾਉਣ ਤੇ ਮੇਰੇ ਦਾਦਾ ਜੀ ਮੇਰੇ ਪਿਤਾ ਮਾਨ ਸਿੰਘ ਨੂੰ ਦਿੱਲੀ ਉਸ ਹਸਪੀਟਲ ਵਿੱਚ ਲੈ ਆਏ। ਡਾਕਟਰ ਨੂੰ ਲੈਟਰ ਦਿਖਾਉਣ ਤੇ ਅੰਗਰੇਜ਼ ਡਾਕਟਰ ਨੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਟੈਸਟ ਰਿਪੋਰਟਾਂ ਕਰਵਾਈਆਂ ਗਈਆਂ, ਜਿਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਮਾਨ ਸਿੰਘ 1 ਹਫ਼ਤੇ ਬਾਅਦ ਤੁਹਾਡਾ ਆਪਰੇਸ਼ਨ ਹੈ, ਸੋ 1 ਹਫ਼ਤੇ ਲਈ ਤੁਹਾਨੂੰ ਇੱਥੇ ਦਾਖਲ ਹੋਣਾ ਪਵੇਗਾ। ਸਮਾਂ ਬੀਤਿਆ ਤੇ ਆਪਰੇਸ਼ਨ ਤੋਂ 1 ਸ਼ਾਮ ਪਹਿਲਾਂ ਡਾਕਟਰ ਰਾਊਂਡ ਤੇ ਆਇਆ। ਮਰੀਜ਼ਾਂ ਨੂੰ ਚੈੱਕ ਕਰਨ ਤੋਂ ਬਾਅਦ ਮੇਰੇ ਪਿਤਾ ਦੇ ਕੋਲ ਆਉਣ ਤੋਂ ਬਾਅਦ ਉਸਨੇ ਨਰਸ ਨੂੰ ਕਿਹਾ ਕਿ ਇਹਨਾਂ ਦਾ 8 ਵਜੇ ਕੱਲ੍ਹ ਆਪਰੇਸ਼ਨ ਹੈ, ਉਸ ਤੋਂ ਪਹਿਲਾਂ ਇਹਨਾਂ ਦੇ ਸਿਰ ਦੇ ਵਾਲ ਕਟਵਾ ਦੇਣਾ। ਇੰਨੀ ਗੱਲ ਕਹਿ ਕੇ ਡਾਕਟਰ ਤਾਂ ਉੱਥੋਂ ਚਲਿਆ ਗਿਆ, ਪਰ ਮੇਰੇ ਪਿਤਾ ਉੱਚੀ-ਉੱਚੀ ਰੋਣ ਲੱਗੇ ਤੇ ਕਹਿਣ ਲੱਗੇ ਕਿ ਇਹਨਾਂ ਕੇਸਾਂ ਦੇ ਵਿੱਚ ਮੈਂ ਆਪਣੇ ਗੁਰੂ ਦੇ ਨਾਲ-ਨਾਲ ਮੈਂ ਆਪਣੀ ਮਾਂ ਨੂੰ ਵੀ ਦੇਖਦਾ ਹਾਂ। ਰੋਂਦੇ-ਰੋਂਦੇ ਮੇਰੇ ਪਿਤਾ ਕਹਿਣ ਲੱਗੇ ਕਿ ਮਾਂ ਤੂੰ ਤਾਂ ਕਹਿੰਦੀ ਸੀ ਕਿ ਕਦੀ ਕੇਸ ਨਾ ਕਟਵਾਈ, ਅੱਜ ਮੇਰੇ ਕੇਸ ਕੱਟ ਹੋਣ ਲੱਗੇ ਨੇ। ਕਿੱਥੇ ਹੈ ਗੁਰੂ ਗੋਬਿੰਦ ਸਿੰਘ? ਅੱਜ ਦੁਬਾਰਾ ਮੇਰੀ ਮਾਂ ਦਾ ਕਤਲ ਹੋਣ ਜਾ ਰਿਹਾ ਹੈ। ਅੱਜ ਕਿੱਥੇ ਹੈ ਤੇਰਾ ਗੁਰੂ ਗੋਬਿੰਦ ਸਿੰਘ? ਮੇਰੇ ਪਿਤਾ ਨੂੰ ਇੰਜ ਰੋਂਦਾ ਦੇਖ ਮੇਰੇ ਦਾਦਾ ਜੀ ਬਾਹਰ ਚਲੇ ਗਏ ਕਿ ਐਨੇ ਨੂੰ ਮੇਰੇ ਪਿਤਾ ਦੇ ਸਿਰ ਦੇ ਉੱਤੇ ਹੱਥ ਫੇਰ ਇੱਕ ਔਰਤ ਕਹਿਣ ਲੱਗੀ ਕਿ ਪੁੱਤ ਇੰਜ ਨਾ ਬੋਲ, ਗੁਰੂ ਗੋਬਿੰਦ ਸਿੰਘ ਤੇਰੇ ਅੰਗ ਸੰਗ ਹਨ। ਹੋ ਸਕਦਾ ਹੈ ਕਿ ਸਵੇਰੇ ਤੈਨੂੰ ਆਪਰੇਸ਼ਨ ਦੀ ਲੋੜ ਹੀ ਨਾ ਪਵੇ। ਮੇਰੇ ਪਿਤਾ ਦੇ ਸਿਰ ਦੇ ਉੱਤੇ ਹੱਥ ਫੇਰਦੀ ਉਹ ਔਰਤ ਇਸ ਤਰ੍ਹਾਂ ਬੋਲਦੀ ਰਹੀ। ਮੇਰੇ ਪਿਤਾ ਨੇ ਕਿਹਾ ਕਿ ਤੁਸੀਂ ਕੌਣ ਹੋ? ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਇੱਥੇ ਨਰਸ ਹਾਂ ਅਤੇ ਮੇਰਾ ਨਾਮ ਸੁਰਜੀਤ ਕੌਰ ਹੈ।
ਇਸ ਤੋਂ ਬਾਅਦ ਮੇਰੇ ਪਿਤਾ ਸ਼ਾਂਤ ਹੋ ਗਏ ਤੇ ਸੌਂ ਗਏ। ਅਗਲੇ ਦਿਨ ਜਦੋਂ ਨਰਸ ਨੇ ਹਿਲਾਇਆ ਤੇ ਕਿਹਾ ਕਿ ਮਾਨ ਸਿੰਘ ਉੱਠੋ, ਤੁਹਾਡਾ ਆਪਰੇਸ਼ਨ ਹੈ। ਜਦੋਂ ਮੇਰੇ ਪਿਤਾ ਨੇ ਅੱਖਾਂ ਖੋਲ੍ਹੀਆਂ ਤਾਂ ਉਹ ਕਹਿਣ ਲੱਗੇ ਕਿ ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ। ਮੇਰੇ ਪਿਤਾ ਉੱਚੀ ਉੱਚੀ ਰੌਲਾ ਪਾਉਣ ਲੱਗੇ ਕਿ ਮੈਂ ਆਪਰੇਸ਼ਨ ਨਹੀਂ ਕਰਵਾਉਣਾ, ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ। ਆਵਾਜ਼ਾਂ ਸੁਣ ਕੇ ਡਾਕਟਰ ਵੀ ਕਮਰੇ ਦੇ ਵਿੱਚ ਆ ਗਿਆ ਤੇ ਡਾਕਟਰ ਨੂੰ ਲੱਗਿਆ ਕਿ ਸ਼ਾਇਦ ਆਪਰੇਸ਼ਨ ਦੇ ਡਰ ਦੇ ਨਾਲ ਉਹ ਅਜਿਹਾ ਕਰ ਰਹੇ ਨੇ। ਪਰ ਮੇਰੇ ਪਿਤਾ ਨੇ ਡਾਕਟਰ ਨੂੰ ਮਰੀਜ਼ਾਂ ਦੇ ਕੱਪੜਿਆਂ ਦੇ ਰੰਗ, ਪਰਦਿਆਂ ਦੇ ਰੰਗ ਦੱਸਿਆ ਤਾਂ ਡਾਕਟਰ ਨੂੰ ਵਿਸ਼ਵਾਸ ਹੋਇਆ ਕਿ ਸੱਚ ਵਿੱਚ ਹੀ ਉਸ ਨੂੰ ਦਿਖਾਈ ਦੇ ਰਿਹਾ ਹੈ। ਸਾਰੇ ਟੈਸਟ ਦੁਬਾਰਾ ਕਰਵਾਏ ਗਏ। ਰਿਪੋਰਟਾਂ ਲੈ ਕੇ ਡਾਕਟਰ ਤੇ ਬਾਕੀ ਡਾਕਟਰ ਵੀ ਉੱਥੇ ਪਹੁੰਚੇ ਤੇ ਕਹਿਣ ਲੱਗੇ ਕਿ ਮਾਨ ਸਿੰਘ ਗੌਡ ਦਾ ਚਮਤਕਾਰ ਹੋਇਆ ਹੈ। ਤੇਰੀਆਂ ਰਿਪੋਰਟਾਂ ਦੇ ਵਿੱਚ ਤੇਰੇ ਸਿਰ ਦੇ ਵਿੱਚ ਕੋਈ ਬਿਮਾਰੀ ਹੈ ਹੀ ਨਹੀਂ, ਤੈਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ। ਗੌਡ ਦਾ ਬਹੁਤ ਵੱਡਾ ਕ੍ਰਿਸ਼ਮਾ ਹੋਇਆ ਹੈ ਤੇ ਤੂੰ ਘਰ ਜਾ ਸਕਦਾ ਹੈ। ਮੇਰੇ ਪਿਤਾ ਜੀ ਡਾਕਟਰ ਨੂੰ ਮਿਲਣ ਵਾਸਤੇ ਉਸ ਦੇ ਕਮਰੇ ਦੇ ਵਿੱਚ ਗਏ ਤੇ ਕਹਿਣ ਲੱਗੇ ਕਿ ਇਹ ਕੁਝ ਪੈਸੇ ਨੇ, ਤੁਸੀਂ ਰੱਖ ਲਵੋ। ਤਾਂ ਡਾਕਟਰ ਨੇ ਕਿਹਾ ਕਿ ਮੈਨੂੰ ਇਹ ਪੈਸੇ ਨਹੀਂ ਚਾਹੀਦੇ, ਤੁਹਾਡੇ ਕਰਕੇ ਸਾਡੇ ਹਸਪੀਟਲ ਦੇ ਵਿੱਚ ਗੌਡ ਆਏ ਸੀ, ਸੋ ਮੈਨੂੰ ਇਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਤੇ ਹੁਣ ਤੁਸੀਂ ਘਰ ਜਾਓ। ਜਾਣ ਲੱਗੇ ਮੇਰੇ ਪਿਤਾ ਨੇ ਡਾਕਟਰ ਨੂੰ ਕਿਹਾ ਕਿ ਮੈਂ ਉਸ ਨਰਸ ਨੂੰ ਮਿਲਣਾ ਚਾਹੁੰਦਾ ਹਾਂ ਜੋ ਆਖਰੀ ਰਾਤ ਮੇਰੇ ਕੋਲ ਆਈ ਸੀ। ਤਾਂ ਡਾਕਟਰ ਨੇ ਸਾਰੀ ਲਿਸਟਾਂ ਚੈੱਕ ਕਰਕੇ ਕਿਹਾ ਕਿ ਅਜਿਹੀ ਨਰਸ ਸਾਡੇ ਇੱਕ ਹਸਪੀਟਲ ਦੇ ਵਿੱਚ ਕੰਮ ਹੀ ਨਹੀਂ ਕਰਦੀ। ਉਹ ਤੁਹਾਡਾ ਗੁਰੂ ਹੀ ਹੋਵੇਗਾ ਜੋ ਤੁਹਾਡੇ ਸਿਰ ਦੇ ਉੱਤੇ ਹੱਥ ਫੇਰ ਕੇ ਤੁਹਾਡੀ ਸਾਰੀ ਬਿਮਾਰੀ ਲੈ ਗਿਆ। ਸੋ ਇੱਥੇ ਵਿਸ਼ਵਾਸ, ਪਿਆਰ ਤੇ ਭਰੋਸਾ ਪਰਮਾਤਮਾ ਦਾ ਮਿਲਾਪ ਕਰਵਾ ਸਕਦਾ ਹੈ। ਇਲਾਜ ਦੇ ਨਾਲ ਨਾਲ ਪਰਮਾਤਮਾ ਦਾ ਨਾਮ ਸਭ ਤੋਂ ਵੱਡਾ ਸਹਾਰਾ ਬਣਦਾ ਹੈ, ਜੋ ਕਿ ਬਹੁਤੀ ਵਾਰ ਇਲਾਜ ਦੇ ਨਾਲੋਂ ਵੱਧ ਕੇ ਕੰਮ ਕਰਦਾ ਹੈ। ਪਰਮਾਤਮਾ ਸਾਡੇ ਅੰਗ ਸੰਗ ਹੀ ਹੈ। ਗੁਰਬਾਣੀ ਵੀ ਕਹਿੰਦੀ ਹੈ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ।